14 ਦਿਨਾਂ ਦੀ ਨਿਆਇਕ ਹਿਰਾਸਤ 'ਚ ਭੇਜਿਆ ਜਲੰਧਰ ਨਗਰ ਨਿਗਮ ਦਾ ਅਸਿਸਟੈਂਟ ਟਾਊਨ ਪਲੈਨਰ। ਵਿਜੀਲੈਂਸ ਨੇ ਭ੍ਰਿਸ਼ਟਾਚਾਰ ਦੇ ਮਾਮਲੇ 'ਚ ਕੀਤੀ ਸੀ ਗ੍ਰਿਫਤਾਰੀ। ਮਲੇਰਕੋਟਲਾ 'ਚ ਕਾਂਗਰਸ ਦੀ ਸੰਵਿਧਾਨ ਬਚਾਓ ਰੈਲੀ। ਰਾਜਾ ਵੜਿੰਗ ਦੀ ਅਗਵਾਈ 'ਚ ਕਾਂਗਰਸ ਦਾ ਇਕੱਠ। ਸਾਬਕਾ ਮੰਤਰੀ ਰਜ਼ੀਆ ਸੁਲਤਾਨਾ ਵੀ ਰਹੇ ਮੌਜੂਦ। ਲੁਧਿਆਣਾ ਪੱਛਮੀ 'ਚ ਵੱਜਿਆ ਚੋਣ ਬਿਗਲ। 19 ਜੂਨ ਨੂੰ ਪੈਣਗੀਆਂ ਵੋਟਾਂ। 23 ਤਰੀਕ ਨੂੰ ਆਏਗਾ ਨਤੀਜਾ। ਕੱਲ੍ਹ ਤੋਂ ਭਰੇ ਜਾ ਸਕਣਗੇ ਨਾਮਜ਼ਦਗੀ ਪਰਚੇ। ਬਠਿੰਡਾ ਜੇਲ੍ਹ 'ਚ ਬੰਦ ਅੰਮ੍ਰਿਤਪਾਲ ਦੇ ਸਾਥੀਆਂ ਨੇ ਖੁਦ ਨੂੰ ਦੱਸਿਆ ਜਾਨ ਦਾ ਖਤਰਾ। ਵਕੀਲ ਬੋਲੇ ਵੱਡੇ ਨਸ਼ਾ ਤਸਕਰਾਂ ਨਾਲ ਬੰਦ ਕਰਕੇ ਖਤਰੇ 'ਚ ਪਾਇਆ। ਕਿਸੇ ਹੋਰ ਜੇਲ੍ਹ 'ਚ ਕੀਤਾ ਜਾਵੇ ਸ਼ਿਫਟ। ਪੰਜਾਬ 'ਚ ਵਪਾਰੀਆਂ ਲਈ ਬਣੇਗਾ ਬੋਰਡ। ਨਾਭਾ 'ਚ ਕੇਜਰੀਵਾਲ ਨੇ ਕੀਤਾ ਐਲਾਨ। ਬੋਲੇ ਵਪਾਰੀਆਂ ਦੀ ਹਰ ਸਮੱਸਿਆ ਦਾ ਹੋਏਗਾ ਹੱਲ। ਜੇ ਕੋਈ ਐਮਐਲਏ ਤੰਗ ਕਰੇਗਾ ਤਾਂ ਬਖਸ਼ਾਂਗੇ। ਪਟਿਆਲਾ ਦੇ ਕਾਲੀ ਮਾਤਾ ਮੰਦਿਰ ਦੀ ਪੰਜਾਬ ਸਰਕਾਰ ਕਰੇਗੀ ਕਾਇਆ ਕਲਪ। ਕੇਜਰੀਵਾਲ ਬੋਲੇ ਮੰਦਿਰ ਦੇ ਸਰੋਵਰ ਲਈ ਪਾਈਪਲਾਈਨ ਦਾ ਕੀਤਾ ਪ੍ਰਬੰਧ। ਮੁੱਖ ਦੁਆਰ ਦਾ ਵੀ ਹੋਏਗਾ ਰੈਨੋਵੇਸ਼ਨ। ਲਾਲੂ ਯਾਦਵ ਨੇ ਆਪਣੇ ਬੇਟੇ ਨੂੰ ਦਿਖਾਇਆ ਪਾਰਟੀ 'ਚੋਂ ਬਾਹਰ ਦਾ ਰਸਤਾ। 6 ਸਾਲ ਲਈ ਤੇਜ ਪ੍ਰਤਾਪ ਯਾਦਵ ਨੂੰ ਪਾਰਟੀ 'ਚੋਂ ਕੱਢਿਆ ਬਾਹਰ। ਕਿਹਾ ਪਾਰਟੀ ਤੇ ਪਰਿਵਾਰ 'ਚ ਤੇਜ ਪ੍ਰਤਾਪ ਦੀ ਭੂਮਿਕਾ ਨਹੀਂ। ਭਾਜਪਾ ਐਮਪੀ ਰਾਮਚੰਦਰ ਜਾਂਗੜਾ ਦੇ ਵਿਵਾਦਿਤ ਬਿਆਨ ਤੇ ਸਿਆਸੀ ਬਵਾਲ। ਕਾਂਗਰਸ ਨੇ ਕਾਨੂੰਨੀ ਕਾਰਵਾਈ ਤੇ ਪਾਰਟੀ ਤੋਂ ਬਰਖਾਸਤ ਕਰਨ ਦੀ ਕੀਤੀ ਮੰਗ ਤਾਂ ਮਨੋਹਰ ਲਾਲ ਬੋਲੇ ਇਹ ਪਾਰਟੀ ਦਾ ਨਹੀਂ ਜਾਂਗੜਾ ਦਾ ਨਿੱਜੀ ਬਿਆਨ। ਚੰਡੀਗੜ੍ਹ 'ਚ ਹਰਿਆਣਾ ਕਾਂਗਰਸ ਦੀ ਜੈ ਹਿੰਦ ਸਭਾ। ਮੋਦੀ ਸਰਕਾਰ ਤੇ ਬੀਜੇਪੀ ਤੇ ਵਰੇ ਸਚਿਨ ਪਾਇਲਟ। ਕਿਹਾ ਵਾਰ-ਵਾਰ ਫੌਜ ਦਾ ਅਪਮਾਨ ਕਰਨਾ ਬੰਦ ਕਰੇ ਭਾਜਪਾ। ਮਨ ਕੀ ਬਾਤ 'ਚ ਪ੍ਰਧਾਨ ਮੰਤਰੀ ਮੋਦੀ ਨੇ ਕੀਤਾ ਫੌਜ ਦਾ ਧੰਨਵਾਦ। ਬੋਲੇ ਆਪਰੇਸ਼ਨ ਸਿੰਦੂਰ ਹੈ ਬਦਲਦੇ ਭਾਰਤ ਦੀ ਤਸਵੀਰ। ਅੱਤਵਾਦ ਨੂੰ ਖਤਮ ਕਰਨਾ ਹੈ ਭਾਰਤ ਦਾ ਸੰਕਲਪ। ਇੰਸਟਾ ਸਟਾਰ ਸੁਖ ਰਤੀਆ ਤੇ ਗੰਭੀਰ ਇਲਜ਼ਾਮ। ਐਨਆਰਆਈ ਮਹਿਲਾ ਦੇ ਕਤਲ ਦੇ ਮਾਮਲੇ 'ਚ ਭਰਾ ਸਣੇ ਗ੍ਰਿਫਤਾਰ। ਮ੍ਰਿਤਕਾ ਦੇ ਪਤੀ ਤੋਂ ਹੀ ਲਈ ਸੀ ਸੁਪਾਰੀ। ਜਲੰਧਰ 'ਚ ਪਤਨੀ ਨੇ ਪੁੱਤ ਨਾਲ ਰਲ ਕੇ ਕੀਤਾ ਪਤੀ ਦਾ ਕਤਲ। ਬੋਰੇ 'ਚ ਪਾ ਕੇ ਲਾਸ਼ ਖੇਤਾਂ 'ਚ ਸਿੱਟੀ। ਪੁਲਿਸ ਨੇ ਦੋਨਾਂ ਮੁਲਜ਼ਮਾਂ ਨੂੰ ਕੀਤਾ ਗ੍ਰਿਫਤਾਰ। ਮੋਗਾ ਦੇ ਕੋਟ ਈਸੇਖਾ ਥਾਣੇ ਤੋਂ 2 ਮੁਲਜ਼ਮ ਫਰਾਰ। ਹਵਾਲਾਤ ਦੀ ਛੱਤ ਤੋੜ ਕੇ ਭੱਜੇ। 2 ਦਿਨ ਪਹਿਲਾਂ ਹੋਈ ਸੀ ਗ੍ਰਿਫਤਾਰੀ। ਤਰਨਤਾਰਨ ਦੇ ਪੱਟੀ 'ਚ ਨਸ਼ਾ ਤਸਕਰ ਖਿਲਾਫ ਪ੍ਰਸ਼ਾਸਨ ਦੀ ਕਾਰਵਾਈ। ਚਮਕੌਰ ਸਿੰਘ ਚੰਪੂ ਦੇ ਘਰ ਤੇ ਚੱਲਿਆ ਬੁਲਡੋਜ਼ਰ। ਕਈ ਮਾਮਲਿਆਂ 'ਚ ਹੈ ਭਗੌੜਾ। ਹਿਮਕੁੰਡ ਸਾਹਿਬ ਦੇ ਖੁੱਲੇ ਕਿਵਾੜ। ਗੁਰੂ ਗ੍ਰੰਥ ਸਾਹਿਬ ਜੀ ਦਾ ਕੀਤਾ ਗਿਆ ਪ੍ਰਕਾਸ਼। ਦਰਸ਼ਨ ਕਰ ਨਿਹਾਲ ਹੋਇਆ ਸੰਗਤ ਦਾ ਪਹਿਲਾ ਜਥਾ। ਸਤਿ ਸ਼੍ਰੀ ਅਕਾਲ। ਨਿਊਜ਼ 18 ਪੰਜਾਬ ਹਰਿਆਣਾ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਵਿਜੇਪਾਲ ਸਿੰਘ ਬਰਾੜ। ਸਭ ਤੋਂ ਪਹਿਲਾਂ ਖਬਰ ਜਲੰਧਰ ਤੋਂ। ਜਲੰਧਰ 'ਚ ਨਗਰ ਨਿਗਮ ਦੇ ਅਸਿਸਟੈਂਟ ਟਾਊਨ ਪਲੈਨਰ ਨੂੰ 14 ਦਿਨਾਂ ਦੀ ਨਿਆਇਕ ਹਿਰਾਸਤ ਦੇ ਵਿੱਚ ਭੇਜ ਦਿੱਤਾ ਗਿਆ ਹੈ। ਵਿਜੀਲੈਂਸ ਵੱਲੋਂ ਏਟੀਪੀ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਉਸ ਤੋਂ ਬਾਅਦ ਕੋਰਟ 'ਚ ਪੇਸ਼ ਕੀਤਾ। ਜਦ ਰਿਮਾਂਡ ਖਤਮ ਹੋਇਆ ਸੀ, ਰਿਮਾਂਡ ਖਤਮ ਹੋਣ ਤੋਂ ਬਾਅਦ ਦੁਬਾਰਾ ਕੋਰਟ 'ਚ ਪੇਸ਼ ਕੀਤਾ ਗਿਆ ਤਾਂ ਕੋਰਟ ਨੇ ਏਟੀਪੀ ਅਸਿਸਟੈਂਟ ਟਾਊਨ ਪਲੈਨਰ ਨੂੰ 14 ਦਿਨਾਂ ਦੀ ਨਿਆਇਕ ਹਿਰਾਸਤ 'ਚ ਭੇਜਣ ਦੇ ਹੁਕਮ ਦਿੱਤੇ ਨੇ। ਪਿਛਲੇ ਦਿਨਾਂ 'ਚ ਵਿਜੀਲੈਂਸ ਵੱਲੋਂ ਇਸ ਟਾਊਨ ਪਲੈਨਰ ਨੂੰ ਅਰੈਸਟ ਕੀਤਾ ਗਿਆ ਸੀ ਔਰ ਦੁਬਾਰਾ ਅੱਜ ਕੋਰਟ ਦੇ ਵਿੱਚ ਰਿਮਾਂਡ ਜਦੋਂ ਖਤਮ ਹੋਇਆ ਤਾਂ ਪੇਸ਼ ਕੀਤਾ ਗਿਆ ਤਾਂ ਕੋਰਟ ਨੇ ਨਿਆਇਕ ਹਿਰਾਸਤ 'ਚ ਭੇਜਣ ਦੇ ਹੁਕਮ ਦਿੱਤੇ। ਤੇ ਅੰਮ੍ਰਿਤਸਰ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਇੱਕ ਕਾਉਂਸਲਰ ਦਾ ਕਤਲ ਹੋ ਗਿਆ ਹੈ। ਅੰਮ੍ਰਿਤਸਰ ਦੇ ਜੰਡਿਆਲਾ ਗੁਰੂ ਤੋਂ ਮੌਜੂਦਾ ਕਾਉਂਸਲਰ ਸੀ ਹਰਜਿੰਦਰ ਸਿੰਘ। ਉਸ ਨੂੰ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਸਿਰ ਦੇ ਵਿੱਚ ਗੋਲੀਆਂ ਵੱਜੀਆਂ ਨੇ। ਹਾਲਾਂਕਿ ਇਸ ਦੇ ਪਿੱਛੇ ਵਜ੍ਹਾ ਕੀ ਹੈ ਉਹ ਹਲੇ ਸਪਸ਼ਟ ਨਹੀਂ ਹੋ ਪਾਈ, ਪਰ ਮਰਡਰ ਹੋਇਆ ਹੈ ਹਰਜਿੰਦਰ ਸਿੰਘ ਨਾਮ ਦੇ ਸ਼ਖਸ ਦਾ, ਜੋ ਸ਼੍ਰੋਮਣੀ ਅਕਾਲੀ ਦਲ ਦਾ ਜੰਡਿਆਲਾ ਗੁਰੂ ਤੋਂ ਮੌਜੂਦਾ ਕਾਉਂਸਲਰ ਸੀ। ਸੋ ਮੌਜੂਦਾ ਐਮਸੀ ਸੀ ਜੰਡਿਆਲਾ ਗੁਰੂ ਤੋਂ, ਜਿਸ ਦੀ ਤਸਵੀਰ ਅਸੀਂ ਦਿਖਾ ਰਹੇ ਹਾਂ। ਹਰਜਿੰਦਰ ਸਿੰਘ ਇਸ ਦਾ ਨਾਮ ਹੈ। ਸ਼੍ਰੋਮਣੀ ਅਕਾਲੀ ਦਲ ਦਾ ਇਹ ਕਾਉਂਸਲਰ ਜਿੱਤਿਆ ਸੀ ਔਰ ਅੱਜ ਇਸ ਨੂੰ ਕਿਸੇ ਸ਼ਖਸ ਵੱਲੋਂ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਇਸ ਦੇ ਸਿਰ ਦੇ ਵਿੱਚ ਗੋਲੀਆਂ ਮਾਰੀਆਂ ਗਈਆਂ ਨੇ। ਪੁਲਿਸ ਹੁਣ ਖੰਗਾਲ ਰਹੀ ਹੈ ਇਸ ਮਾਮਲੇ ਦੇ ਵਿੱਚ ਕੜੀਆਂ ਨੂੰ ਕਿ ਕੌਣ ਵਿਅਕਤੀ ਹੋ ਸਕਦਾ ਹੈ ਜਿਸ ਨੇ ਇਸ ਤੇ ਅਟੈਕ ਕੀਤਾ। ਰਾਜੀਵ ਸ਼ਰਮਾ ਮੇਰੇ ਸਹਿਯੋਗੀ ਜੁੜੇ ਨੇ
राजीव, कुछ पता चल पाया कदों की घटना है और किस तरीके नाल अटैक होया, कौन व्यक्ति सी, कोई अंदाजा? देखो विजय, हुण तो लगभग अद्धा पौना घंटा पहला यह जिहड़ी पूरी वारदात है उसनूं अंजाम दिता गया। तो पहला तो सब तो पहला ये कोशिश थी कि उसनूं तुरंत हॉस्पिटल लिजाया जाए, पर बदकिस्मती ये रही कि जिद्दां ही हस्पताल उसनूं लिजाया गया तो डॉक्टरां ने उसनूं जो है मृतक ऐलान दिता। तो बड़ी हैरान करने वाली गल है कि जंडियाला गुरु दी 2 नंबर वार्ड तो यह कौंसलर जितया सी और अज जो जानकारी मिली है कि यह अपने परिवार के नाल किसी परिवारक जो है काम के चलदियां अमृतसर पहुंचा सी और गुरु नगरी दे विच सिहाटा साहब, क्योंकि एतवार वाले दिन सिहाटा साहब दे विच बहुत वड्डी तादाद दे विच संगत जिहड़ी है वो नतमस्तक होने के लिए पहुंच गई और उत्थे इस घटना नूं जो है अंजाम दिता गया। तो पुलिस हुण जांच दे विच लगी हुई है। पहला तुरंत जो है जिस तरह मैं पहला दस्सिया कि इसनूं हॉस्पिटल पहुंचाया गया और हुण पता करने की कोशिश की जा रही कि आखिरकार ये जिहड़े हमलावर सी वो कौन सी, क्योंकि हुण तक जिहड़ी जानकारी मिली है कि मोटरसाइकिल ते सवार होकर 2 जिहड़े हमलावर ने वो पहुंचे सी और उन्हां वल्लों गोलियां चलाईयां गईयां और 3 ਤੋਂ 4 गोलियां दस्सिया जा रहा है कि कौंसलर के शरीर के ਵੱਖ-ਵੱਖ हिस्सों के विच लगियां ने, जिस करके उसकी मौत है वो हो जाती है। तो हुण पुलिस आस-पास के जिन्ने भी इलाके दे विच CCTV कैमरे लगे हुए ने उन्हां नूं खंगालण की कोशिश जिहड़ी है वो की जा रही है और जल्द इसकी जिहड़ी कोई CCTV है वो भी सामने आने की उम्मीद है। पर अपने आप दे विच बहुत ਅਸੀਂ कह सकते कि हैरान वाली करने वाली खबर है कि दिन दिहाड़े एक मौजूदा कौंसलर नूं इस तरीके दे नाल गोलियां मार के उसका जिहड़ा कतल है वो कर दिता गया। कोई पुरानी रंजिश का मामला है राजीव? कुछ कोई पुलिस ने कोई मुरली जांच दस्सिया होवे? देखो, क्योंकि जो जंडियाला गुरु है वो अमृतसर देहाती के अधीन आता है, जबकि अमृतसर जिथे इस वारदात को अंजाम दिता गया ये अमृतसर पुलिस कमिश्नरेट जो है उसके अधीन आने वाला इलाका है। तो हुण पुलिस पता करने की कोशिश कर रही, क्योंकि जो जानकारी सानू जिहड़े जंडियाला गुरु तो मैनूं भरावा ये भी नहीं पता किधर नूं लै गए, कौन है, किन्ने। ਕੀ ਨਾਮ ਜੀ ਆਪਣਾ ਭਾਜੀ? मेरा नाम हरपाल सिंह है। ਤੇ ਭਾਜੀ ਕੀ ਗੱਲ ਹੋਈ ਜਿਹੜੀ ਗੋਲੀ ਆਪਾਂ ਨੂੰ ਕੋਈ ਨਹੀਂ ਪਤਾ ਭਰਾਵਾ, ਸਾਨੂੰ ਤਾਂ ਉਹਨਾਂ ਨੇ ਬੁਲਾਇਆ ਤੇ ਅਸੀਂ ਤੇ ਦੁਕਾਨ ਤੇ ਪਹੁੰਚ ਗਏ, ਸਾਡੀ ਤੇ ਬਾਜ਼ਾਰ 'ਚ ਹੈ ਦੁਕਾਨ। ਅੱਛਾ, ਕੀ ਇਨਫੋਰਮੇਸ਼ਨ ਕੀ ਤੁਹਾਨੂੰ ਆਈ ਸੀਗੀ? ਉਹ ਕਹਿੰਦੇ ਵੀ ਤੇ ਗੋਲੀ ਚੱਲੀ ਆ ਤੇ ਬਾਹਰ ਇੱਕ ਬੰਦਾ ਡਿੱਗਾ, ਬਸ ਇਹੀ ਗੱਲ ਅੱਛਾ, ਕੋਈ ਉਹ ਬਸ ਸਾਡੇ ਆਉਣ ਤੋਂ ਨਾ ਸਾਨੂੰ ਨਹੀਂ ਪਤਾ। ਤੇ ਕਿੱਧਰ ਨੂੰ ਲੈ ਕੇ ਗਏ ਨੇ ਜੀ ਫਿਰ ਉਹ? ਮੈਨੂੰ ਭਰਾਵਾ ਇਹ ਵੀ ਨਹੀਂ ਪਤਾ ਕਿੱਧਰ ਨੂੰ ਲੈ ਗਏ, ਕੌਣ ਆ, ਕਿੰਨੇ ਖੜਿਆ, ਮੈਨੂੰ ਨਹੀਂ ਇਹ ਗੱਲ ਦਾ ਪਤਾ। ਪੁਲਿਸ ਵੱਲੋਂ ਕੋਈ ਗੋਲੀ ਬਰਾਮਦ ਕੀਤੀ ਗਈ ਜੀ? ਆ ਇੱਕ ਪਈ ਸੀ ਇੱਥੇ, ਉਹ ਇਹਨਾਂ ਨੇ ਭਾਈ ਨੂੰ ਦੇਤੀ ਆ ਵੀ ਆ ਵੇਖ ਲਓ, ਸਾਨੂੰ ਨਹੀਂ ਪਤਾ। ਠੀਕ ਹੈ, ਕੋਈ ਮਤਲਬ ਇਨਫੋਰਮੇਸ਼ਨ ਹੀ ਕਿੱਥੋਂ ਆਈ ਸੀ, ਕੌਣ ਗਿਆ? ਸਾਨੂੰ ਪਤਾ ਹੀ ਨਹੀਂ ਭਾਜੀ ਕੌਣ ਹੈ ਕੌਣ ਨਹੀਂ। ਤੇ ਪਤਾ ਲੱਗਾ? ਆ ਬਾਹਰ ਆ ਨਾ, ਬਾਹਰ ਦਾ ਅੰਦਰ ਹੋਵੇ ਤੇ ਗੱਲ ਕਰੀ, ਹੈ ਤੇ ਬਾਹਰ ਆ। ਪਤਾ ਲੱਗਾ ਕਿੰਨੀਆਂ ਕੁ ਗੋਲੀਆਂ ਚੱਲੀਆਂ ਜੀ? ਪਤਾ ਨਹੀਂ, ਇੱਥੇ ਆਖਣ ਦੇ 1-2 ਚੱਲੀਆਂ, ਇਹ ਕਹਿਣ ਦੇ ਬਾਅਦ ਦਾ ਨਹੀਂ ਪਤਾ। ਤੇ ਉਸ ਤੋਂ ਬਾਅਦ ਉਹਨੂੰ ਲੈ ਗਏ ਸੀ? ਪਤਾ ਨਹੀਂ, ਉਹਨਾਂ ਦੀ ਕੋਈ ਗੱਡੀ ਆਈ, ਕੌਣ ਆਇਆ ਗੱਡੀ ਉਹ ਲੈ ਕੇ ਤੇ ਚਲੇ ਗਏ। ਕਾਂਗਰਸ ਦੀ ਸੰਵਿਧਾਨ ਬਚਾਓ ਰੈਲੀ ਦਾ ਮਲੇਰਕੋਟਲਾ ਦੇ ਵਿੱਚ ਕਾਂਗਰਸ ਦੀ ਸੰਵਿਧਾਨ ਬਚਾਓ ਰੈਲੀ ਹੋਈ ਹੈ। ਰਾਜਾ ਵੜਿੰਗ ਦੀ ਅਗਵਾਈ ਦੇ ਵਿੱਚ ਸਾਬਕਾ ਮੰਤਰੀ ਰਜੀਆ ਸੁਲਤਾਨਾ ਵੀ ਮੌਜੂਦ ਰਹੇ। ਰਾਜਾ ਵੜਿੰਗ ਨੇ ਨਸ਼ੇ ਦੇ ਮੁੱਦੇ ਤੇ ਪੰਜਾਬ ਸਰਕਾਰ ਨੂੰ ਘੇਰਿਆ ਔਰ ਉਹਨਾਂ ਕਿਹਾ ਕਿ 3 ਸਾਲ ਬਾਅਦ ਹੀ ਸਰਕਾਰ ਨੂੰ ਕਿਉਂ ਯਾਦ ਆਈ ਹੈ। ਉਹਨਾਂ ਕਿਹਾ ਕਿ ਡਿਮਾਂਡ ਜਦੋਂ ਤੱਕ ਰਹੇਗੀ ਉਦੋਂ ਤੱਕ ਸਪਲਾਈ ਚੇਨ ਨਹੀਂ ਟੁੱਟ ਸਕਦੀ, ਨਾ ਹੀ ਇੱਦਾਂ ਨਸ਼ਾ ਖਤਮ ਹੋਣਾ ਹੈ। ਉਹਨਾਂ ਕਿਹਾ ਕਿ ਪੰਜਾਬ ਵਿਧਾਨ ਸਭਾ ਦੇ ਵਿੱਚ ਸਰਕਾਰ ਨੂੰ ਨਸ਼ੇ ਦੇ ਮੁੱਦੇ ਤੇ ਚਰਚਾ ਕਰਵਾਉਣੀ ਚਾਹੀਦੀ ਹੈ ਔਰ ਗੱਲਾਂ ਬਾਤਾਂ ਦੇ ਨਾਲ ਕੋਈ ਸਹੁੰ ਖਾ ਰਿਹਾ, ਕੋਈ ਅਰਦਾਸ ਕਰ ਰਿਹਾ, ਇੱਦਾਂ ਪੰਜਾਬ 'ਚੋਂ ਨਸ਼ਾ ਨਹੀਂ ਖਤਮ ਹੋਣਾ। ਸਰਕਾਰ ਲੋਕਾਂ ਨੂੰ ਗੁੰਮਰਾਹ ਕਰ ਰਹੀ ਹੈ। ਨਾ ਤਾਂ ਨਸ਼ਾ ਇਸ ਤਰ੍ਹਾਂ ਖਤਮ ਹੋਇਆ ਨਾ ਹੋਣਾ। ਇਹ 3 ਸਾਲਾਂ ਬਾਅਦ ਕਿਉਂ ਮੁਹਿੰਮ ਚੇਤੇ ਆਈ? ਇਹ ਲੋਕਾਂ ਨੂੰ ਬੇਵਕੂਫ ਬਣਾਉਣਾ, ਜਾਣ ਪੁੱਛ ਕੇ ਇਹੋ ਜਿਹੀਆਂ ਕਦੇ MLA ਫੜ ਲਿਆ, ਕਦੇ ਮੰਤਰੀ ਫੜ ਲਿਆ, ਕਦੇ DC ਸਸਪੈਂਡ ਕਰਤਾ ਫਿਰ ਬਹਾਲ ਕਰਤਾ, ਕਦੇ ਵਿਜੀਲੈਂਸ ਦੇ ਅਫਸਰ ਸਸਪੈਂਡ ਕਰਤੇ ਫਿਰ ਬਹਾਲ ਕਰਤੇ। ਲੋਕਾਂ ਨੂੰ ਪਤਾ ਹੀ ਨਹੀਂ ਲੱਗ ਰਿਹਾ ਹੋ ਕੀ ਰਿਹਾ। ਸੋ ਇਹ ਨਸ਼ਾ ਜਿੰਨਾ ਚਿਰ ਡਿਮਾਂਡ ਰਹੇਗੀ ਉਹਨਾਂ ਚਿਰ ਸਪਲਾਈ ਚੇਨ ਟੁੱਟਣੀ ਮੁਸ਼ਕਿਲ ਹੈ। ਇਸੇ ਕਰਕੇ ਮੈਂ ਕਹਿਣਾ ਇਸ ਗੰਭੀਰ ਮੁੱਦੇ ਤੇ ਚਿੰਤਨ ਮੰਥਨ ਹੋ ਕੇ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਘੱਟੋ ਘੱਟ ਲਗਾਤਾਰ ਘੱਟੋ ਘੱਟ 100 ਘੰਟਾ ਚਰਚਾ ਹੋਵੇ ਕਿ ਨਸ਼ੇ ਤੇ ਰੋਕਥਾਮ ਕਿਵੇਂ ਲਾਈ ਜਾ ਸਕਦੀ ਹੈ। ਗੱਲਾਂ ਬਾਤਾਂ ਨਾਲ ਕੋਈ ਸਹੁੰ ਖਾ ਜਾਂਦਾ ਹੈ, ਕੋਈ ਅਰਦਾਸ ਕਰਾ ਲੈਂਦਾ ਹੈ, ਐਦਾਂ ਨਸ਼ਾ ਪੰਜਾਬ 'ਚੋਂ ਖਤਮ ਨਹੀਂ ਹੋਏਗਾ। ਇਹਨਾਂ ਨੇ ਨਸ਼ਾ ਤਾਂ ਕੀ ਖਤਮ ਕਰਨਾ ਹੈ? ਜ਼ਹਿਰੀਲੀ ਸ਼ਰਾਬ ਦੇ ਨਾਲ ਸੰਗਰੂਰ, ਮਜੀਠਾ ਤੇ ਲੁਧਿਆਣੇ 'ਚ ਮੌਤਾਂ ਹੋ ਰਹੀਆਂ। ਤੇ ਹੁਣ ਜ਼ਿਕਰ ਕਰਦੇ ਹਾਂ ਬਾਉਂਸਰਾਂ ਦਾ। ਬਾਉਂਸਰ ਕਲਚਰ ਅੱਜ ਕੱਲ੍ਹ
ਬਹੁਤ ਜ਼ਿਆਦਾ ਦੇਖਣ ਨੂੰ ਮਿਲ ਰਿਹਾ ਹੈ। ਕੋਈ ਬਾਲੀਵੁੱਡ ਸਟਾਰ ਹੋਵੇ, ਕੋਈ ਰਾਜਨੇਤਾ ਹੋਵੇ, ਕੋਈ ਵੱਡੇ ਅਮੀਰ ਲੋਕ ਹੋਣ, ਕੋਈ ਬਿਲਡਰ ਹੋਣ, ਆਪਣੇ ਨਾਲ ਬਾਉਂਸਰ ਲੈ ਕੇ ਚੱਲਦੇ ਨੇ ਔਰ ਹਰ ਇੱਕ ਦੀ ਸੁਰੱਖਿਆ 'ਚ ਪੁਲਿਸ ਦੇ ਨਾਲ ਬਾਉਂਸਰਾਂ ਨੂੰ ਵੀ ਤੈਨਾਤ ਕੀਤਾ ਜਾਂਦਾ ਹੈ। ਤੁਹਾਨੂੰ ਦਿੱਲੀ ਦੇ ਇੱਕ ਪਿੰਡ ਫਤਿਹਪੁਰ ਬੇਰੀ ਦੀਆਂ ਕੁਝ ਤਸਵੀਰਾਂ ਦਿਖਾਉਂਦੇ ਹਾਂ ਜਿੱਥੇ ਨਿਊਜ਼ 18 ਦੀ ਟੀਮ ਪਹੁੰਚੀ ਔਰ ਇੱਥੋਂ ਦੇ ਜ਼ਿਆਦਾਤਰ ਨੌਜਵਾਨ ਬਾਉਂਸਰ ਨੇ। ਕੋਈ ਪਾਕਟ ਮਨੀ ਲਈ ਬਾਉਂਸਰ ਬਣਿਆ ਤਾਂ ਕੋਈ ਆਪਣੇ ਘਰ ਦਾ ਗੁਜ਼ਾਰਾ ਚਲਾ ਰਿਹਾ ਬਾਉਂਸਰ ਬਣ ਕੇ। ਜ਼ਿਆਦਾਤਰ ਨੌਜਵਾਨ ਬਾਉਂਸਰ ਹੋਣ ਕਰਕੇ ਇਸ ਪਿੰਡ ਨੂੰ ਬਾਉਂਸਰ ਵਿਲੇਜ ਦੇ ਨਾਂ ਨਾਲ ਹੀ ਜਾਣਿਆ ਜਾਂਦਾ ਹੈ ਤੇ ਇਸ ਪਿੰਡ ਦੇ ਬਾਉਂਸਰ ਦਿੱਲੀ 'ਚ ਸਲਮਾਨ ਖਾਨ, ਸ਼ਾਹਰੁਖ ਖਾਨ, ਦੀਪਿਕਾ ਪਾਂਡੂਕੋਨ ਹੋਰ ਬਹੁਤ ਸਾਰੇ ਫਿਲਮ ਅਦਾਕਾਰਾਂ ਨੂੰ ਸੁਰੱਖਿਆ ਦਿੰਦੇ। मौजूद हूँ राजधानी दिल्ली के फतेहपुर बेरी गांव में, जहां इस गांव की हर मिट्टी से निकलता है एक पहलवान, एक बाउंसर। ये अलग अलग क्लब में, रेस्टोरेंट्स में अलग अलग सेलिब्रिटीज़ को प्रोटेक्शन प्रोवाइड कराते हैं और इन्हें काफ़ी दिक्कत और मशक्क़त का भी सामना करना पड़ता है। पहली दिक्कत ऐसा बदन बनाना, दूसरी दिक्कत रात के समय में काम करना, तीसरी दिक्कत अगर आप किसी सेलिब्रिटी को प्रोटेक्ट कर रहे हैं तो उनके फैन से उनको बचाना, प्रोटेक्ट करना, पुलिस प्रशासन के साथ कोऑर्डिनेट करना और तमाम चीज़ों को देख रेख करना पड़ता है। सवाल यह है कि फतेहपुर बेरी गांव के हर बच्चे को बाउंसर ही क्यों बनना है? जी, सबसे पहले तो आप सभी का मैं धन्यवाद करना चाहता हूं और आप सभी देशवासियों को जय श्री राम। मैं आपको बताना चाहता हूं हमारे गांव वसोला फतेहपुर बेरी में सब बच्चे पहलवान बनना, बाउंसर बनने इसलिए चाहते हैं क्योंकि जी ये हमारे जेनेटिक्स में किसी पहले दिन से ही हमारे जेनेटिक्स में पहलवानी है, हमारे अंदर पहलवानों का खून है। जो हमारे वंशज थे, जो हमारे पूर्वज थे, वो सब पहलवान थे, तो उनका खून हमारे अंदर है। उनको देख देख के हमें बचपन से यही सीख मिली है कि अगर हमारा शरीर है, दही है, तो जीवन है। और बदन बनाने के लिए काफ़ी मेहनत करनी पड़ती है। हाँ जी, जैसा आप देख रहे हैं हम अखाड़ा यहाँ पे सबसे पहले आते हैं, अखाड़ा खोलते हैं, उसके बाद फिर अपनी वर्जिश शुरू करते हैं, उसके बाद अखाड़े में अपने कुश्ती पहलवानी शुरू करते हैं, उसके बाद अपने दिन का शुभारंभ हम ऐसे ही करते हैं मेहनत करके। उसके बाद घर जाके भैंस का दूध पीना, देसी घी खाना, दलिया पीना, बादाम काजू बादाम खाना, यही सब देसी व्यायाम का हम डेली पालन करते हैं। आपके गांव को बाउंसर वाला गांव कहा जाता है, खुशी होती है? जी, बहुत ज़्यादा खुशी होती है और हमें गर्व है। और जी मैं तो भगवान से ये बोलना चाहूँगा जी, मेरे को 7 जन्म मिले तो इसी गांव में मिले। हाँ। और आपको भी बाउंसर बनना पसंद है? हाँ जी, मैं भी लास्ट 13-14 साल से बाउंसरिंग कर रहा हूँ। हाँ जी। कभी किसी सेलिब्रिटीज़ को आपने क्या नाम है प्रोटेक्शन दिया हो? हाँ, आपकी टीम ने दिया हो? हाँ जी, हमारे गाँव में से जितनी भी दिल्ली में शूटिंग होती है, जैसे सलमान भाई की, शाहरुख भाई की, ऋतिक रोशन, रानी मुखर्जी, दीपिका पादुकोण, रणबीर कपूर, इन सबको हमारे गांव से ही प्रोटेक्शन मिलती है बाउंसरिंग में। हाँ जी। और पूछूंगा सैलरी कितनी मिल जाती है, आमदनी हो जाती है अच्छी खासी? क्योंकि बदन पे तो पैसा ज़्यादा लगाते हैं आप लोग, पसीना भी लगा रहे हैं और तमाम चीज़ों का खान पान का ख्याल रखना होता होगा। हाँ जी, बिल्कुल। तो जी बाउंसरिंग में बिल्कुल ठीक सैलरी मिल जाती है, घर चल जाता है और बढ़िया बच्चे पल जाते हैं। हाँ जी, बढ़िया गुजारा हो जाता है। पर ये जो कहा जाता है, आपसे पूछूंगा, ये जो कहा जाता है कि अभी चंडीगढ़ जो पंजाब हरियाणा हाई कोर्ट है, चंडीगढ़ हाई कोर्ट है, उसमें एक बात अभी कुछ दिन पहले छिड़ी कि बाउंसर शब्द पर आपत्ति व्यक्त की है। बाउंसर शब्द से डर क्यों लगता है लोगों को? जी हाँ, इस बारे में तो मैं अपने लोगों की अपनी समझ सबकी, मैं क्या ही बताऊँ, सबकी सोच एक जैसी नहीं होती। क्योंकि आप लोग जब प्रोटेक्ट कर रहे हैं किसी को तो कहा जाता है कि देखिए ये क्लब के बाहर खड़े हैं 4 बाउंसर और वहाँ कोई गलत काम करता है तो आप लोग को उसमें आना पड़ता है बीच बचाव करने के लिए। जी बिल्कुल आना पड़ता है, ड्यूटी है जी हमारी। हाँ। फिर लड़ाई हो जाती है? जी क्या कर, लड़ना पड़ता है। सिचुएशन तो वैसे डिपेंड करती है, सिचुएशन लड़ाई की है या हैंडल हो सकती है। ज़्यादा कोशिश यही रहती है कि लड़ाई ना हो, आपस में मामला ऐसे निपट जाए बिना लड़ाई गई। और एक मेंटल बैलेंस का परिचय देना पड़ता होगा, काफ़ी धैर्य के साथ, एकाग्रता के साथ रुकना पड़ता है। गुस्से में जो मन करता है करने का उसे रोकना पड़ता है कि नहीं? बिल्कुल जी, पेशेंस चाहिए बहुत ज़्यादा। पेशेंस बहुत होना चाहिए, तभी आप संभाल सकते हो शरीर को भी और अपने सिचुएशन को भी और
कह सकते हैं अपनी ज़िंदगी को बैलेंस करके चल सकते हैं। चल सकते साथ ही साथ हाँ, हमें पेशेंट पुलिस प्रशासन का भी बहुत ज़्यादा सहयोग रहता है, सहारा रहता है पुलिस प्रशासन का भी, वो भी हमें सहयोग करते हैं। मैं एक ऐसे गांव में यहाँ पहुँचा हूँ जिस गांव को बाउंसर विलेज के नाम से जाना जाता है। क्यों जाना जाता है? क्योंकि इस गांव में हर घर में एक बाउंसर निकलता है। क्यों बाउंसर ही इनका प्रोफेशन है? क्यों बाउंसर ही ये बनना चाहते हैं? इसके अलावा काफ़ी ऐसे लोग हैं जो वकील हैं, जो पुलिस हैं, जो बिजनेस करते हैं, मगर युवाओं में सबसे ज़्यादा जोश आप देखेंगे वो है बाउंसर बनने के प्रति। मगर ये सोच अब बदल रही है और ये सोच किस और इशारा कर रही है, इसके बारे में भी जानेंगे। और ये भी जानेंगे कि क्या बाउंसर बनना इतना आसान है या फिर बाउंसर बनने के लिए दिन रात इस प्रकार की मेहनत करनी पड़ती है, परेशानी से होकर गुजरना पड़ता है, आपको बॉडी बनानी पड़ती है और इस बॉडी के लिए आपको ये परिश्रम, क्योंकि दिन रात परिश्रम ही आपको कामयाबी दे सकता है। सवाल सीधा पूछेंगे, क्या बाउंसर शब्द से कुछ लोग ये कहते हैं कि बाउंसर से डर लगता है, बाउंसर यानी खतरनाक। क्या बाउंसर को हम रक्षक समझें या फिर बाउंसर से हमें डरना चाहिए? भाई बाउंसर से डरना क्यों चाहिए? डरने वाली तो बाउंसर से कोई बात ही नहीं है भाई, ठीक है। वो एक तरह से सेफ्टी के लिए ही है, हमारे के लिए। और हमारे गांव में बाउंसरिंग कोई भाई पैसे के लिए कोई नहीं करता, सबका अपना शौक है, खाली शौक के लिए करते हैं। ये नहीं हमारे गांव में बाउंसर ही है खाली एक से एक। हाँ जी, ये तो एक कहते हैं ना दुनिया ने वैसे बना दिया, पर ऐसा कुछ नहीं है भाई। हमारे गांव में एक से एक नेता है, एक से एक प्रॉपर्टी डीलर, मतलब हर चीज़ से मजबूत है, हर चीज़ से। ये नहीं है कि हमारे गांव में कोई गरीबी है इसलिए बाउंसरिंग कर रहे हैं। जो भी बाउंसरिंग जा रहे हैं ना, सबके अपने खुद के क्लब हैं, सबके अपने खुद के क्लब है, बस अपने शौक के लिए जाते हैं सब। तो बाउंसर करना क्या गलत, समाज में इसे अलग नज़रिए से क्यों देखा जा रहा है? भाई ये तो देखो अपनी अपनी सोच है सबकी, देखा जाए तो कुछ इसमें क्या बुराई क्या है बाउंसरिंग में, ये बताओ आप। कोई बुराई थोड़ी है इसमें। क्या ऐसा देह बनाना, ऐसा बदन बनाना क्या आसान है? बस की थोड़ी है भाई ये चीज़ करनी। इसमें भाई पैसा लगा है, पैसा लगा है और कुछ नहीं। इसमें अपनी ताकत हम अपने घर के लिए, अपनी सेफ्टी के लिए, अपने लिए बना रहे हैं, किसी और के लिए नहीं, पैसे के लिए नहीं, कोई वो नहीं, अपने शौक के लिए कर रहे हैं हम तैयारी। आगे के लिए हमें कोई वो नहीं है, अपने शौक के लिए बस ये थोड़ा पसीना आ जाए और कुछ नहीं। 2-2 घंटे जब पब्लिक जाते हैं भाई, जब दुनिया पैसे कमाने 2-2 3-3 पूरे दिन के लिए जाते हैं, 3 घंटे तो जिम में ही लग जाते हैं खाली जिम करने के लिए। तो ये क्या है, अपना एक शौक है, अपना शौक पूरा करें, अपने बॉडी को, शरीर को फिट कर रहे हैं। और ये आसान काम नहीं नज़र आ रहा है, जैसे कि आप इतनी दोपहर में कड़कती धूप में जिम में। ये बताओ, खाली वही कर सकता है जिसके जिम की लगन है, मन है, शौक है बस। एक शब्द है, सवाल पूछूंगा मैं आपसे कि हाई कोर्ट ने, चंडीगढ़ हाई कोर्ट ने कहा कि आपत्ति जताई बाउंसर शब्द पर। क्या आप इससे अपना राय रखते हैं? लगता है क्या बाउंसर शब्द खतरनाक शब्द है, इससे क्या कहेंगे? बाउंसर शब्द कोई खतरनाक नहीं है जी। जो बाउंसर रखता है वो अपनी सेफ्टी के लिए रखता है जी। नॉर्मल सी बात है, सेफ्टी के लिए ही बाउंसर रखे जाते हैं। कोई खतरनाक नहीं है बाउंसर, किसी के लिए बेफालतू की नहीं लड़ाई करता, नहीं झगड़े करता।